हेलो स्टूडेंट्स, वेलकम टू ऑनलाइन क्लास। मैं सुखवंत सिंह। आपां कर रहे हाँ 10वीं क्लास की पंजाबी की बुक ਸਾਹਿਤ ਸੁਗੰਧੀਆਂ। इस विच आपां 6वां पाठ मियाँ वजीद जी का पाठ कर रहे सी। इन्हां दे सलोक की प्रसंग सहित व्याख्या आपां पिछली वीडियो दे विच शुरू की सी। पिछली वीडियो दे विच आपां इन्हां दे 2 श्लोक कीते सन। हुण आपां इन्हां दा तीजा श्लोक करन जा रहे हाँ। पिछले 2 वीडियो जोड़े पिछली वीडियो 2 श्लोक किए हैं, तुसीं ध्यान नाल सुने होने। हुण आपां शुरू करते हाँ अपना अगला जिहड़ा तीजा श्लोक है उस ते। तीजा है, रावण वड्डा हंकारी लंका जित कर, कोट 33 देवी कोट 33 देवी बंदी जित दर, दीतो खाक रुलाए, एक से पलक पर वजीदा कौन साहिब नूं आखे, इो नाही इम कर। तां रावण वड्डा हंकारी। तीजा, रावण वड्डा हंकारी। कर, रावण वड्डा हंकारी लंका जित कर, कोट 33 देवी बंदी जित दर, दीतुस खाक रुलाए, एक से पलक पर वजीदा कौन साहिब नूं आखे, इो नाही इव कर। कोट 33 देवी भाव 33 करोड़ देवी देवते। बंदी का भाव सीगा इहदे विच गुलाम, दर का भाव है दरवाजे, दीतुस भाव दिता सी, खाक का भाव मिट्टी दे विच रुला दिता सी। तां आपां पहला गल करांगे प्रसंग दी। प्रसंग ए काव टोटा साडी पंजाबी दी पाठ पुस्तक ਸਾਹਿਤ ਸੁਗੰਧੀਆਂ ਵਿੱਚ ਦਰਜ मियाँ वजीद जी दे श्लोक रावण वड्डा हंकारी। रावण वड्डा हंकारी विचों लिया गया है। रावण वड्डा हंकारी विचों लिया गया है। अपने श्लोक विच वजीद जी ने रब की मर्जी अंदर अपने श्लोक अंदर वजीद जी ने रब दी मर्जी अंदर जिहड़े जीवां उपर हो रही मेहरां, रब दी मर्जी अंदर जीवां उपर हो रही मेहरां, हो रही जड़ियाँ मेहरां है
ਜਿਹੜੇ ਜੀਵ ਦੇ ਉੱਤੇ ਮਿਹਰਾਂ ਹੋ ਰਹੀਆਂ ਹਨ, ਦਾਤੇ ਦੀਆਂ ਬਖਸ਼ਿਸ਼ਾਂ ਹੋ ਰਹੀਆਂ ਹਨ। ਮਿਹਰਾਂ ਅਤੇ ਬਖਸ਼ਿਸ਼ਾਂ, ਮਿਹਰਾਂ ਅਤੇ ਬਖਸ਼ਿਸ਼ਾਂ, ਬਖਸ਼ਿਸ਼ਾਂ ਮਿਹਰਾਂ ਅਤੇ ਜਿਹੜੀਆਂ ਬਖਸ਼ਿਸ਼ਾਂ ਅਤੇ ਇਸ ਦੇ ਉਲਟ ਹੁੰਦੇ ਕਹਿਰ ਦਾ ਵਰਣਨ ਅਤੇ ਇਸ ਦੇ ਉਲਟ ਹੁੰਦੇ ਕਹਿਰ ਦਾ ਵਰਣਨ ਜਿਹੜਾ ਬੜੇ ਪ੍ਰਭਾਵਸ਼ਾਲੀ ਵਰਣਨ ਕਰਦਿਆਂ ਹੋਏ ਰੱਬੀ ਬਾਣੀ, ਜਿਹੜਾ ਕਹਿਰ ਦਾ ਵਰਣਨ ਕਰਦਿਆਂ ਹੋਇਆ, ਕਹਿਰ ਦਾ ਵਰਣਨ ਕਰਦਿਆਂ ਹੋਇਆਂ ਰੱਬੀ ਬਾਣੀ, ਜਿਹੜਾ ਰੱਬ ਦਾ ਬਾਣਾ ਹੈ, ਰੱਬੀ ਬਾਣੇ ਦੀ ਬੇਪਰਵਾਹੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਧ ਕੀਤਾ ਹੈ। ਰੱਬੀ ਬਾਣੇ ਦੀ ਬੇਪਰਵਾਹੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਧ ਕੀਤਾ ਹੈ, ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਸਿੱਧ ਕੀਤਾ ਗਿਆ ਹੈ। ਫਿਰ ਗੱਲ ਕਰਾਂਗੇ ਆਪਾਂ ਵਿਆਖਿਆ ਦੀ। ਵਿਆਖਿਆ ਦੇ ਵਿੱਚ ਵਜੀਦ ਜੀ ਫਰਮਾਉਂਦੇ ਹਨ, ਜਿਹੜੇ ਮੀਆਂ ਵਜੀਦ ਜੀ ਫਰਮਾਉਂਦੇ ਹਨ ਕਿ ਰਾਵਣ ਸੀ ਜਿਹੜਾ ਲੰਕਾ ਦਾ ਰਾਜਾ, ਰਾਵਣ ਬੜਾ ਹੰਕਾਰੀ ਸੀ। ਜਿਹੜਾ ਲੰਕਾ ਦਾ ਰਾਜਾ ਸੀ, ਤੁਸੀਂ ਜਾਣਦੇ ਹੋ ਲੰਕਾ ਤੇ ਉਸ ਦਾ ਰਾਜਾ ਕੌਣ ਸੀ? ਰਾਵਣ। ਉਹ ਬਹੁਤ ਹੀ ਹੰਕਾਰੀ ਸੀ। 33 ਕਰੋੜ ਦੇਵੀ ਦੇਵਤੇ ਉਸ ਦੇ ਦਰ ਦੇ ਭਾਵ ਦਰਵਾਜ਼ੇ ਦੇ ਗੁਲਾਮ ਸਨ। ਇਸ ਚੀਜ਼ ਦਾ ਉਹਦੇ ਵਿੱਚ ਕੀ ਸੀ? ਹੰਕਾਰ ਆ ਗਿਆ ਸੀ। ਪਰ ਪ੍ਰਭੂ ਦੇ ਭਾਣੇ ਅੰਦਰ, ਪ੍ਰਭੂ ਦੇ ਭਾਣੇ ਅੰਦਰ ਉਸ ਦਾ ਹੰਕਾਰ, ਉਸ ਦਾ ਗਰੂਰ ਪਲਾਂ ਵਿੱਚ ਹੀ ਤੋੜ ਦਿੱਤਾ। ਵਜੀਦ ਜੀ ਫਰਮਾਉਂਦੇ ਹਨ ਕਿ ਲੰਕਾ ਦਾ ਰਾਜਾ ਰਾਵਣ ਬੜਾ ਹੰਕਾਰੀ ਸੀ। 33 ਕਰੋੜ ਦੇਵੀ ਦੇਵਤੇ ਉਸ ਦੇ ਗੁਲਾਮ ਸਨ, ਪਰ ਪਰਮਾਤਮਾ ਦੇ ਭਾਣੇ ਦਾ, ਪ੍ਰਭੂ ਨੇ ਦੇ ਭਾਣੇ ਨੇ ਉਸ ਦਾ ਜਿਹੜਾ ਗਰੂਰ ਹੈ, ਉਸ ਦਾ ਜਿਹੜਾ ਹੰਕਾਰ ਹੈ, ਉਹ ਪਲਾਂ ਵਿੱਚ ਹੀ ਤੋੜ ਦਿੱਤਾ। ਪਲ, ਇੱਕ ਪਲ, ਇੱਕ ਸੈਕਿੰਡ, ਬਹੁਤ ਘੱਟ ਸਮੇਂ 'ਚ ਹੀ ਤੋੜ ਦਿੱਤਾ। ਜਿਹੜਾ ਨੂੰ ਇੰਨਾ ਮਾਨ ਸੀ, ਹੰਕਾਰ ਸੀ, ਗਰੂਰ ਸੀ, ਉਹ ਸ਼੍ਰੀ ਰਾਮਚੰਦਰ ਜੀ ਦੇ, ਸ਼੍ਰੀ ਰਾਮਚੰਦਰ ਜੀ ਦੇ ਹੱਥੋਂ ਮਾਰਿਆ ਗਿਆ। ਤੇ ਇਸ ਤਰ੍ਹਾਂ ਰੱਬ ਨੇ, ਇਸ ਤਰ੍ਹਾਂ ਰੱਬ ਨੇ ਉਸ ਨੂੰ, ਇਸ ਤਰ੍ਹਾਂ ਰੱਬ ਨੇ ਉਸ ਨੂੰ ਇੱਕ ਪਲ ਵਿੱਚ ਹੀ ਮਿੱਟੀ ਵਿੱਚ ਮਿਲਾ ਦਿੱਤਾ ਸੀ। ਇੱਕ ਪਲ ਨਹੀਂ ਸੀ ਲੱਗਿਆ ਉਹਨੂੰ ਮਿੱਟੀ ਦੇ ਵਿੱਚ ਮਿਲਣ ਲੱਗਿਆ, ਤੇ ਇੱਕ ਪਲ ਦੇ ਵਿੱਚ ਹੀ ਉਸ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਸੀ। ਇਸ ਤਰ੍ਹਾਂ ਰੱਬ ਜਦੋਂ ਕਿਸੇ ਦਾ ਵੀ ਨਾਮ ਜਿਹੜਾ ਨਾਸ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਨਹੀਂ ਰੋਕ ਸਕਦਾ, ਉਸ ਨੂੰ ਪਰਮਾਤਮਾ ਨੂੰ ਕੋਈ ਨਹੀਂ ਰੋਕ ਸਕਦਾ। ਤੇ ਨਾ ਹੀ ਉਸ ਨੂੰ ਇਹ ਕਹਿ ਸਕਦਾ ਹੈ ਕਿ ਪਰਮਾਤਮਾ ਤੂੰ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਕਰ। ਇਹ ਉਸ ਨੂੰ ਕੋਈ ਨਹੀਂ ਕਹਿ ਸਕਦਾ। ਇਹ ਕਿਸੇ ਵਿੱਚ ਸਮਰੱਥਾ ਨਹੀਂ ਕਿ ਪਰਮਾਤਮਾ ਨੂੰ ਆਪਾਂ ਕਹਿ ਸਕੀਏ ਕਿ ਤੂੰ ਇਸ ਤਰ੍ਹਾਂ ਨਹੀਂ, ਤੂੰ ਸਗੋਂ ਇਸ ਤਰ੍ਹਾਂ ਕਰ। ਤਾਂ ਆਪਣੀ ਜਿਹੜੀ ਤੀਜੀ ਵਿਆਖਿਆ ਸੀ, ਵਜੀਦ ਸਾਹਿਬ ਫਰਮਾਉਂਦੇ ਹਨ ਕਿ ਲੰਕਾ ਦਾ ਜਿਹੜਾ ਰਾਜਾ ਰਾਵਣ ਬੜਾ ਹੀ ਹੰਕਾਰੀ ਸੀ। ਉਹਦੇ ਵਿੱਚ ਹੰਕਾਰ ਭਰਿਆ ਹੋਇਆ ਸੀ। ਕਿਸ ਗੱਲ ਦਾ? 33 ਕਰੋੜ ਦੇਵੀ ਜਿਹੜੇ ਦੇਵਤੇ ਹੈ ਉਸ ਦੇ ਗੁਲਾਮ ਸਨ।
पर प्रभु ने परमात्मा दे भाणे जिहड़ा परमात्मा दा भाणा इहा वरतिया कि उहदा जिहड़ा गरूर सीगा, उहदा जिहड़ा हंकार सीगा, वो पलां दे विच ही तोड़ दिता गया। किने तोड़िया? किस दे जरिए? जिवें श्री राम चंद्र जी ने वो श्री रामचंद्र जी के हथों मारिया गया। तो इस तरह रब ने उसनों एक पल दे विच मिट्टी च ही मिलाता। एक पल नहीं लग्या, मिट्टी च मिलन लग गया रावण, जिहदे दरवाजे नाल, जिहदे दर दे नाल 33 करोड़ देवी देवते बने हुए सन। वो एक पल नहीं लग्या उसनों मिट्टी विच मिलदियां। इस तरह रब जदों भी किसी का नाश करना चाहुंदा है तो उसनों कोई नहीं रोक सकता, तो ना ही उसनों ये कहा जा सकता है कि तू इयों नहीं इस तरह कर, सगों इस तरह नहीं उस तरह कर। ये उस परमात्मा नूं आपां नहीं कह सकते, अपना उहदे अगे कोई जोर नहीं चलता, इसलिए आपां नूं उहदा सिमरन करना चाहिए। ये सी अपना तीजा श्लोक। हुण गल करते हाँ चौथे दी। चौथा श्लोक। गौवां देंदा घा, गौवां देंदा घा, जिहड़ियां गौवां देंदा घा। चौथा गौवां देंदा घा तो लैके उस तरह ही इम कर। तो अपना चौथा श्लोक इस विच गौआं देंदा घा मलीदा कुत्तियां, जागदियां थी खो के देंदा सुत्तियां। चौकुंटी है पानी तल सरब वजीदा कौन साहिब नूं आखे इयों नहीं इव कर। गौआं देंदा घा मलीदा कुत्तियां, मलीदा का भाव है जिहड़ी चूरी, जागदियां खो लैंदा सुत्तियां नूं दिंदा। चौकुंटी भाव चारे पासे, सरब भाव भरे हुए जिहड़े सरोवर है। तो जिहड़ा आपां लिखांगे इत्थे अपना ये काव टोटा साडी पंजाबी दी पाठ पुस्तक ਸਾਹਿਤ ਸੁਗੰਧੀਆਂ विच दर्ज मियाँ वजीद जी दे श्लोक किहड़ा है? गौआं देंदा घा विचों लिया गया है। गौआं देंदा घा विचों लिया गया है। तो उस तरह ही इस श्लोक विच जिहड़े मियाँ वजीद जी ने रब दी मर्जी अंदर जीवां उपर हो रही मेहरां ते बख्शिशां, जिहड़ियां मेहरां हो रही हैं, बख्शिशां हो रही हैं, तो इस दे उल्ट भी इस संसार ते किसी जीव ते परमात्मा की मेहरां बख्शिशां रहमतां हो रही हैं। तो इस दे उल्ट इस संसार में इस तरह के जीव है जिन्हां ते कहर ढाया जा रहा है। कहर का वर्णन करदियां होइयां रब्बी भाणे की बेपरवाही नूं बड़े प्रभावशाली तरीके दे नाल सिद्ध किया है मियाँ वजीद जी ने। हुण गल करांगे व्याख्या की। तो पहला काव सत्र एक बार फिर दोहरा दिए, फिर आपां व्याख्या तुसीं लिखनी है। तो पहला सुनना है, गौआं देंदा घा मलीदा कुत्तियां, जागदियां थी खोए के देंदा सुत्तियां। चौकुंटी है पानी तल सरब वजीदा कौन साहिब नूं आखे इयों नहीं इव कर। तो यदि आपां व्याख्या करांगे, लिखना शुरू करना है। वजीद जी फरमाउंदे हन कि जिहड़े वजीद जी ने फरमाया है कि परमात्मा दी लीला है, परमात्मा दी जो खेड है वो अजीब है, उन्होंने आप समझ नहीं सकते।
ਉਹ ਗਊਆਂ ਨੂੰ ਜਿਹੜੀਆਂ ਦੁੱਧ ਦੇਣ ਵਾਲੀਆਂ ਗਊਆਂ ਹੈ ਉਹਨਾਂ ਨੂੰ ਘਾਹ ਦਿੰਦਾ ਹੈ, ਜਿਨ੍ਹਾਂ ਤੋਂ ਆਪਾਂ ਨੂੰ ਦੁੱਧ ਮਿਲਦਾ ਹੈ। ਪਰ ਕੁੱਤਿਆਂ ਨੂੰ ਚੂਰੀ ਦਿੰਦਾ ਹੈ। ਜਿਹੜੇ ਕੁੱਤੇ ਆ ਉਹਨਾਂ ਨੂੰ ਚੂਰੀ ਕੁੱਟ ਕੇ ਪਾਈ ਜਾਂਦੀ ਹੈ। ਉਹ ਜਿਹੜੇ ਜਾਗਦੇ ਹੈ ਉਹ ਜਾਗਦਿਆਂ ਤੋਂ ਖੋਹ ਲੈਂਦਾ ਹੈ ਅਤੇ ਸੁੱਤਿਆਂ ਨੂੰ ਦੇ ਦਿੰਦਾ ਹੈ। ਧਰਤੀ ਉੱਤੇ ਚਾਰੇ ਪਾਸੇ ਉਸ ਦੀ ਮਿਹਰ ਦਾ ਪਾਣੀ ਹੈ। ਧਰਤੀ 'ਤੇ ਚਾਰੇ ਪਾਸੇ ਉਸ ਦੀ ਮਿਹਰ ਦਾ ਪਾਣੀ ਹੈ ਅਤੇ ਉਸ ਨੂੰ ਜਿਹੜੇ ਤਲਾਵਾਂ ਸਰੋਵਰਾਂ ਨੇ ਉਸਨੇ ਨੱਕੋ ਨੱਕ ਭਰ ਰੱਖਿਆ। ਜਿਹੜੀ ਉਹਦੀ ਮਿਹਰ ਦਾ ਪਾਣੀ ਹੈ, ਉਹਦੇ ਜਿਹੜੇ ਤਲਾਅ ਹੈ, ਉਹਦੇ ਜਿਹੜੇ ਸਰੋਵਰ ਹੈ ਪਰਮਾਤਮਾ ਦੇ, ਉਹ ਸਭ ਨੱਕੋ ਨੱਕ ਭਰੇ ਹੋਏ ਆ, ਕਿਨਾਰਿਆਂ ਤੱਕ ਭਰੇ ਹੋਏ ਹਨ। ਇਹ ਸਭ ਕੁਝ ਰੱਬ ਦੇ ਭਾਣੇ ਅਨੁਸਾਰ ਹੁੰਦਾ ਹੈ ਵੀ ਜੋ ਕੁਝ ਵੀ ਹੋ ਰਿਹਾ ਹੈ ਇਹ ਉਸ ਪਰਮਾਤਮਾ ਦੀ ਰਜ਼ਾ, ਪਰਮਾਤਮਾ ਦੀ ਮਰਜ਼ੀ ਅਨੁਸਾਰ ਹੋ ਰਿਹਾ ਹੈ। ਉਸ ਨੂੰ ਕੋਈ ਨਹੀਂ ਰੋਕ ਸਕਦਾ ਕਿ ਤੂੰ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਕਰ, ਇਹ ਉਸ ਨੂੰ ਕੋਈ ਨਹੀਂ ਕਹਿ ਸਕਦਾ। ਤਾਂ ਇਹ ਵਿਆਖਿਆ ਵਜੀਦ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਦੀ ਜਿਹੜੀ ਲੀਲਾ ਹੈ, ਪਰਮਾਤਮਾ ਦੀ ਜਿਹੜੀ ਖੇਡ ਹੈ ਉਹ ਅਜੀਬ ਹੈ। ਭਾਵ ਹਰ ਇੱਕ ਬੰਦੇ ਨੂੰ ਸਮਝ ਨਹੀਂ ਆਉਂਦੀ, ਇਹਨੂੰ ਸਮਝਣਾ ਬਹੁਤ ਔਖਾ ਹੈ। ਇਹਦੀ ਜਿਹੜੀ ਖੇਡ ਹੈ, ਪਰਮਾਤਮਾ ਦੀ ਲੀਲਾ ਹੈ, ਉਹ ਅਜੀਬ ਹੈ, ਆਪਣੀ ਸਮਝ ਨਹੀਂ ਆ ਸਕਦੀ। ਉਹ ਗਊਆਂ ਨੂੰ ਜਿਹੜੀਆਂ ਦੁੱਧ ਦਿੰਦੀਆਂ ਹੈ, ਜਿਹੜੀ ਗਾਂ ਆਪਾਂ ਨੂੰ ਪੀਣ ਵਾਸਤੇ ਦੁੱਧ ਦਿੰਦੀ ਹੈ, ਉਸ ਲਈ ਤਾਂ ਘਾਹ ਦਿੰਦਾ ਹੈ ਵੀ ਉਹਦੇ ਖਾਣ ਲਈ ਉਹਨੂੰ ਕੀ ਮਿਲਦਾ ਹੈ? ਘਾਹ ਮਿਲਦਾ ਹੈ। ਅਤੇ ਜਿਹੜੇ ਕੁੱਤੇ ਹੈ, ਕੁੱਤਿਆਂ ਨੂੰ ਚੂਰੀ ਕੁੱਟ, ਕੁੱਤਿਆਂ ਤੋਂ ਆਪਾਂ ਨੂੰ ਕੀ ਮਿਲਦਾ ਹੈ? ਕੁਝ ਨਹੀਂ ਮਿਲਦਾ। ਤਾਂ ਕੁੱਤਿਆਂ ਨੂੰ ਚੂਰੀ ਕੁੱਟ ਕੇ ਪਾਈ ਜਾਂਦੀ ਹੈ, ਚੂਰੀਆਂ ਦਿੰਦਾ ਹੈ। ਉਹ ਜਾਗਦਿਆਂ ਤੋਂ, ਜਿਹੜੇ ਜਾਗਦੇ ਹੈ ਉਹਨਾਂ ਤੋਂ ਖੋਹ ਲੈਂਦਾ ਹੈ, ਅਤੇ ਜਿਹੜੇ ਸੁੱਤੇ ਪਏ ਆ, ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ, ਜੋ ਮਸਤ ਹੈ, ਉਹਨਾਂ ਨੂੰ ਦੇ ਦਿੰਦਾ ਹੈ। ਉਸ ਦਾ ਧਰਤੀ ਉੱਤੇ ਚਾਰੇ ਪਾਸੇ ਉਸ ਦੀ ਮਿਹਰ ਦਾ ਪਾਣੀ, ਉਸ ਦੇ ਨੇ ਜਿਹੜੇ ਤਲਾਅ ਅਤੇ ਸਰੋਵਰਾਂ ਦੇ ਨਾਲ ਨੱਕੋ ਨੱਕ ਭਰੇ ਹੋਏ ਹਨ। ਜਿਹੜੇ ਉਸ ਦੇ ਸਰੋਵਰ ਅਤੇ ਤਲਾਅ ਹਨ, ਕਿਸ ਦੇ? ਪਰਮਾਤਮਾ ਦੀ ਮਿਹਰ ਦੇ। ਇਹ ਸਭ ਕੁਝ ਉਸ ਦੇ ਭਾਣੇ ਅਨੁਸਾਰ ਹੋ ਰਿਹਾ ਹੈ। ਉਸ ਨੂੰ ਕੋਈ ਨਹੀਂ ਕਹਿ ਸਕਦਾ ਕਿ ਕੋਈ ਵੀ ਉਸ ਨੂੰ ਇਹ ਨਹੀਂ ਕਹਿ ਸਕਦਾ ਕਿ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਕਰ। ਜੋ ਕੁਝ ਹੋ ਰਿਹਾ ਹੈ ਉਸ ਪਰਮਾਤਮਾ ਦੀ ਮਰਜ਼ੀ, ਪਰਮਾਤਮਾ ਦੀ ਲੀਲਾ ਦੇ ਨਾਲ ਹੋ ਰਿਹਾ ਹੈ। ਜਿਵੇਂ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਸੇ ਤਰ੍ਹਾਂ ਆਪਦੇ ਇੱਛਾ ਅਨੁਸਾਰ ਪਰਮਾਤਮਾ ਕਰ ਰਿਹਾ ਹੈ। ਤਾਂ ਇਹ ਸੀ ਆਪਣੇ 2 ਸ਼ਲੋਕ। ਪਹਿਲਾ ਹੁਣ ਆਪਾਂ ਜਿਹੜੇ ਤੀਜਾ ਸ਼ਲੋਕ ਕੀਤਾ ਰਾਵਣ ਵੱਡਾ ਹੰਕਾਰੀ, ਚੌਥਾ ਸ਼ਲੋਕ ਕੀਤਾ ਗਊਆਂ ਦਿੰਦਾ ਘਾਹ। ਤਾਂ ਇਹਨਾਂ ਦੋਨਾਂ ਦੀ ਆਪਾਂ ਪ੍ਰਸੰਗ ਸਹਿਤ ਵਿਆਖਿਆ ਕੀਤੀ ਹੈ। ਜਿਹੜੇ ਰਹਿੰਦੇ ਦੇ ਸ਼ਲੋਕ ਹੈ ਉਹ ਆਪਾਂ ਅਗਲੀ ਵੀਡੀਓ 'ਚ ਕਰਦੇ ਹਾਂ। ਆਉਣੇ ਸਮੇਂ ਦੇ ਵਿੱਚ ਤੁਸੀਂ ਇਹਨਾਂ 2 ਸ਼ਲੋਕਾਂ ਨੂੰ ਵੀ ਪਿਛਲੇ ਸ਼ਲੋਕਾਂ ਤਰ੍ਹਾਂ ਚੰਗੀ ਤਰ੍ਹਾਂ ਸੁਣਨਾ, ਸਮਝਣਾ ਅਤੇ ਚੈੱਕ ਕਰਵਾਉਣਾ। ਧੰਨਵਾਦ।